ਸੰਗਤ ਜੀ, ਇਸ ਵੀਡੀਓ ਦੇ ਵਿੱਚ ਆਪ ਜੀ ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ ਪਾਵਨ ਸ਼ਹੀਦੀ ਸਥਾਨ ਦੇ ਨਵੀਨੀਕਰਨ ਔਰ ਸੰਗਤ ਨੂੰ ਸਮਰਪਿਤ ਕਰਨ ਦੇ ਪੂਰੇ ਪ੍ਰੋਗਰਾਮ ਔਰ ਭਾਈ ਮਤੀ ਦਾਸ ਜੀ ਦੇ ਇਤਿਹਾਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਧੰਨ ਧੰਨ ਭਾਈ ਮਤੀ ਦਾਸ ਜੀ, ਧੰਨ ਧੰਨ ਭਾਈ ਸਤੀ ਦਾਸ ਜੀ, ਧੰਨ ਧੰਨ ਭਾਈ ਦਿਆਲਾ ਜੀ, ਭਾਈ ਸਤਿਨਾਮ ਵਾਹਿਗੁਰੂ, 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 टक्कर है जी, टक्कर ना दियो थोड़ा ਅੱਜ ਉਹ ਸ਼ਹੀਦੀ ਸਥਾਨ ਜਿਸ ਜਗ੍ਹਾ ਨੇ ਇਸ ਦੇਸ਼ ਦਾ ਅਲੱਗ ਇਤਿਹਾਸ ਰਚਿਆ, ਭਾਈ ਮਤੀ ਦਾਸ ਚੌਂਕ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਹਿਯੋਗੀ ਸਾਥੀ ਉਹਨਾਂ ਦੇ ਸਿੰਘ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਦੀ ਸ਼ਹਾਦਤ ਹੋਈ ਔਰ ਤਿਲਕ ਜੰਜੂ ਦੀ ਰਾਖੀ ਕਰਦੇ ਹੋਏ ਤਕਰੀਬਨ ਸਾਲ ਡੇਢ ਸਾਲ ਹੋਇਆ ਔਰ ਦਿੱਲੀ ਸਰਕਾਰ ਨੂੰ ਇਹਦੀ ਫੋਟੋਜ਼ ਲੈ ਕੇ ਬਾਬਾ ਬੱਚਨ ਜੀ ਉਹਨਾਂ ਦੀਆਂ ਦੀ ਸਾਥੀਆਂ ਨੇ ਇਹਦੀ ਕਾਰ ਸੇਵਾ ਪੂਰੀ ਕੀਤੀ ਹੈ ਔਰ ਅੱਜ ਇਹ ਸੰਗਤਾਂ ਲਈ ਖੁੱਲ੍ਹਿਆ ਗਿਆ ਅਰਦਾਸ ਕਰਕੇ ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਜਿਸ ਆਸਥਾ ਨਾਲ ਭਾਈ ਮਤੀ ਦਾਸ ਚੌਂਕ ਇਹ ਇਤਿਹਾਸਕ ਸਥਾਨ ਜਿੱਥੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਜਿਨ੍ਹਾਂ ਨੇ ਆਪਣੀ ਮਹਾਨ ਸ਼ਹਾਦਤ ਦੇ ਸਥਾਨ ਤੇ ਦਿੱਤੀ ਤਿਲਕ ਜੰਜੂ ਨੂੰ ਬਚਾਉਣ ਲਈ, ਉਸ ਸਮੇਂ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਲਈ ਮਹਾਨ ਸ਼ਹਾਦਤਾਂ ਦਿੱਤੀਆਂ ਔਰ ਇੱਕ ਪਾਸੇ ਸੀਸ ਦੇ ਉੱਤੇ ਨਾਰਾ ਚੱਲ ਰਿਹਾ ਸੀ ਔਰ ਦੂਸਰੇ ਪਾਸੇ ਜਪਜੀ ਸਾਹਿਬ ਦੇ ਪਾਠ ਦੀ ਗੂੰਜ ਸੁਣਾਈ ਰਹੀ ਸੀ। ਇਹ ਗੁਰੂ ਮਹਾਰਾਜ ਦੀ ਕਿਰਪਾ ਸੀ, ਗੁਰੂ ਮਹਾਰਾਜ ਦੇ ਮਹਾਨ ਸਿੱਖ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਕੌਮ ਦੇ ਸ਼ਹੀਦਾਂ ਨੂੰ, ਉਹਨਾਂ ਦੇ ਇਤਿਹਾਸ ਨੂੰ, ਉਹਨਾਂ ਦੀਆਂ ਯਾਦਗਾਰਾਂ ਨੂੰ ਸੰਭਾਲੀਏ। ਕੌਮਾਂ ਉਹੀ ਚੱਲਦਾ ਰਹਿੰਦੀਆਂ ਨੇ ਜਿਹੜੀਆਂ ਆਪਣੇ ਇਸ ਸਥਾਨ ਸੁੰਦਰੀਕਰਨ ਹੋਇਆ ਹੈ, ਨਵੀਨੀਕਰਨ ਹੋਇਆ ਹੈ ਔਰ ਗੁਰੂ ਮਹਾਰਾਜ ਦੇ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਕੇ ਇਸ ਸਥਾਨ ਨੂੰ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ ਹੈ। ਸੰਗਤਾਂ ਨੂੰ ਬੇਨਤੀ ਕਰਾਂਗਾ ਕਿ ਜਦੋਂ ਤੁਸੀਂ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਆਓ, ਦਰਸ਼ਨ ਕਰੋ, ਗੁਰੂ ਮਹਾਰਾਜ ਦੇ ਨਤਮਸਤਕ ਹੋ ਅਤੇ ਸ਼ਹੀਦਾਂ ਦੇ ਸਥਾਨ ਦੇ ਉੱਤੇ ਵੀ ਜਿੱਥੇ ਸ਼ਹੀਦ ਇਹਨਾਂ ਨੇ ਸ਼ਹਾਦਤਾਂ ਦਿੱਤੀਆਂ, ਇਸ ਸਥਾਨ ਦੇ ਉੱਤੇ ਦਰਸ਼ਨ ਕਰੋ। ਸੋ ਇੰਨੀਆਂ ਕੁ ਬੇਨਤੀਆਂ ਮੈਂ ਸੰਗਤ ਨੂੰ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
खालसा वाहिगुरू जी की फतेह। अज गुरुद्वारा सीसगंज के सामने शहीदी स्थान भाई मती दास चौक, जिस दा सुंदरीकरण दिल्ली सरकार और साडे माणयोग बाबा कार सेवा वाले बाबा बचन सिंह जी उन्हां दे हत्थों अज भाई मती दास जी का सुंदरीकरण करके संगतां नूं समर्पित किया गया है। असीं इस समय भाई मती दास स्थान के सामने गुरुद्वारा सीसगंज साहब खड़े हाँ। आप जी दर्शन कर सकते हो भाई मती दास स्थान जी दे। सतगुरिया ते सीस भेट देओ, सतगुरिया ते सीस भेट देओ, लाचे पावे जे सतगुर साचे पावे, आप नया करो प्रभु दुख सारण से सदा 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 से अनंत शिवाय सो परस हम लोग, गो परस हम लोग, गो परस हम लोग, वाह बिंद बिंद चुक चुक होए, नानक आका दास है, बिंद बिंद चुक चुक होए, साहिब आजा बेटा। नौवें पातशाह धन गुरु तेग बहादुर जी के पावन स्थान गुरुद्वारा सीसगंज के लंगर हॉल दे विच असी खड़े हाँ और गुरु साहब के दर ते किसी चीज़ का कोई घाटा नहीं हुंदा। अपार संगतां अज भाई मती दास जी के सुंदरीकरण के मौके पर इत्थे गुरुद्वारा सीसगंज हाज़रियां भर रही ने, खुशियां मना रही। संगत जी वाहिगुरू जी का खालसा वाहिगुरू जी की फतेह। आप जी देख सकते हो भाई मती दास चौक के जो सुंदरीकरण अज संगतां नूं समर्पित किया गया है। इस पावन स्थान ते पंजाब तो आए हुए गतके की टीम जो अपना जोहर दिखा रही है और भाई मती दास स्थान के मुख्य सेवादार बाबा गुरबचन सिंह जी भी साडे नाल ने। मैं उन्होंने बधाई देना।
ਬਾਬਾ ਜੀ ਆਪ ਜੀ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਅੱਜ ਭਾਈ ਮਤੀ ਦਾਸ ਸਥਾਨ ਦਾ ਜੋ ਸੁੰਦਰੀਕਰਨ ਹੋਇਆ ਜੀ। ਵਾਹਿਗੁਰੂ ਜੀ। ਦਾਸ ਗੁਰਬਚਨ ਸਿੰਘ ਸੇਵਕ ਭਾਈ ਮਤੀ ਦਾਸ ਚੌਂਕ। ਅੱਜ ਮਨ ਗਦਗਦ ਹੋ ਰਿਹਾ ਹੈ ਸੰਗਤਾਂ ਦਾ ਪਿਆਰ ਦੇਖ ਕੇ। ਸੰਗਤ ਜੀ ਅਸੀਸਾਂ ਪ੍ਰਦਾਨ ਕਰੋ। ਇਹ ਜਿਹੜੀ ਨਾ ਸੰਗਤ ਦੀ ਚੜ੍ਹਦੀ ਕਲਾ ਹੈ, ਸੰਗਤ ਦੇ ਵਿਸ਼ੇਸ਼ ਉਪਰਾਲੇ ਨਾਲ ਅੱਜ ਅਸੀਂ ਇਹ ਸਥਾਨ ਆਪਣੇ ਪੰਥ ਦੇ ਸੰਰਖਣ 'ਚ ਦੇਖ ਰਹੇ ਹਾਂ। ਸੋਹਣੇ ਮੁਨਾਰੇ ਬਣੇ ਹਨ। ਸੰਗਤ ਨੇ ਬੜੇ ਪਿਆਰ ਨਾਲ ਸੇਵਾ ਕੀਤੀ ਹੈ, ਗੱਜ ਵੱਜ ਕੇ ਸੇਵਾ ਕੀਤੀ ਹੈ। ਗੁਰਸਿੱਖਾਂ ਮਨ ਵਧਾਈਆਂ 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 ਵਧਾਈਆਂ। ਦੇਸ਼ਾਂ ਵਿਦੇਸ਼ਾਂ ਦੀ ਸਮੂਹ ਸੰਗਤ ਨੂੰ ਵਧਾਈਆਂ ਵਧਾਈਆਂ ਵਧਾਈਆਂ। ਅਕਾਲ ਹੀ ਅਕਾਲ ਹੈ, ਸ਼ਹੀਦ ਸਿੰਘ ਨਾਲ ਹੈ, ਗੁਰੂ ਪਾਤਸ਼ਾਹ ਸਦਾ ਦਿਆਲ ਹੈ। ਬੋਲੇ ਸੋ ਨਿਹਾਲ। ਤੋ ਸੰਗਤ ਜੀ ਆਪ ਦੇਖ ਸਕਦੇ ਹੋ ਗੱਤਕੇ ਦੇ ਜਿੰਨੇ ਵੀ ਇੱਥੇ ਮਾਹਿਰ ਪੰਜਾਬ ਤੋਂ ਆਏ ਹਨ ਉਹ ਆਪਣਾ ਜੋਹਰ ਦਿਖਾ ਰਹੇ ਆ। ਸੰਗਤ ਜੀ ਤੁਸੀਂ ਦੇਖ ਰਹੇ ਹੋ ਬਾਬਾ ਦੀਪ ਸਿੰਘ ਜੀ ਔਰੰਗਾਬਾਦ ਵਾਲਿਆਂ ਦਾ ਜੋ ਗੱਤਕਾ ਹੈ ਇਹ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇੱਥੇ ਆ ਕਰਕੇ ਅੱਜ ਭਾਈ ਮਤੀ ਦਾਸ ਦੇ ਸਥਾਨ ਤੇ ਆਪਣੇ ਜੋਹਰ ਦਿਖਾ ਰਹੇ ਹੈ ਔਰ ਬਹੁਤ ਸੁੰਦਰ ਕਲਾ ਇੱਥੇ ਪ੍ਰਸਤੁਤ ਕੀਤੀ ਹੈ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਾਈ ਮਤੀ ਦਾਸ ਸ਼ਹੀਦੀ ਸਥਾਨ ਪਾਵਨ ਸਥਾਨ ਜੋ ਕਿ ਜਿਸ ਦਾ ਸੁੰਦਰੀਕਰਨ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ ਉਸ ਪਾਵਨ ਸਥਾਨ ਤੇ ਖੜੇ ਹਾਂ ਔਰ ਸਾਡੀ ਬੜੀ ਖੁਸ਼ਨਸੀਬੀ ਹੈ ਕਿ ਭਾਈ ਮਤੀ ਦਾਸ ਜੀ ਦੀ ਪੀੜ੍ਹੀ ਤੋਂ ਸਾਡੇ ਨਾਲ ਇਸ ਸਮੇਂ ਭਾਈ ਚਰਨਜੀਤ ਸਿੰਘ ਜੀ ਸਾਡੇ ਨਾਲ ਇੱਥੇ ਖੜੇ ਹੈ। ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਨਾਲ ਫਤਿਹ ਦੀ ਸਾਂਝ ਪਾਵਾਂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਆਪ ਜੀ ਭਾਈ ਮਤੀ ਦਾਸ ਜੀ ਦੀ ਪੀੜ੍ਹੀ ਤੋਂ ਅੱਜ ਇੱਥੇ ਸਾਨੂੰ ਆਪ ਜੀ ਦੇ ਦਰਸ਼ਨ ਕਰਕੇ ਅਸੀਂ ਆਪਣੇ ਆਪ ਨੂੰ ਬਹੁਤ ਧੰਨਭਾਗੀ ਸਮਝਦੇ ਹਾਂ ਜੀ। ਆਪ ਜੀ ਆਪਣੇ ਜੋ ਪੀੜ੍ਹੀ ਹੈ ਭਾਈ ਮਤੀ ਦਾਸ ਜੀ ਸ਼ਹੀਦ ਉਸ ਪਰਿਵਾਰ ਦਾ ਪੂਰਾ ਇਤਿਹਾਸ
ਔਰ ਸੰਗਤਾਂ ਨੂੰ ਅੱਜ ਜੋ ਇੱਥੇ ਪ੍ਰੋਗਰਾਮ ਹੋਇਆ ਉਹਦੀ ਪੂਰੀ ਆਪ ਨੂੰ ਕਿਸ ਤਰ੍ਹਾਂ ਲੱਗਾ ਉਹ ਪੂਰੀ ਜਾਣਕਾਰੀ ਸਾਂਝੀ ਕਰੋ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਦਾਸ ਚਰਨਜੀਤ ਸਿੰਘ ਭਾਈ ਮਤੀ ਦਾਸ ਪਰਿਵਾਰ ਚੋਂ ਵੰਸ਼ਜ ਬਾਬਾ ਪਰਾਗਾ ਜੀ ਤੇ ਪਰਿਵਾਰ ਭਾਈ ਮਤੀ ਦਾਸ, ਔਰ ਬਾਬਾ ਪਰਾਗਾ ਜੀ ਤੋਂ ਬਾਅਦ 13ਵੀਂ ਪੀੜ੍ਹੀ ਔਰ ਭਾਈ ਮਤੀ ਦਾਸ ਜੀ ਤੋਂ ਬਾਅਦ 9ਵੀਂ ਪੀੜ੍ਹੀ ਦੇ ਵਿੱਚ ਹੈ। ਅੱਜ ਦਾ ਇਹ ਜਿਹੜਾ ਸਮਾਗਮ ਜੋ ਉਦਘਾਟਨ ਸਮਾਰੋਹ ਹੈ ਇਹ ਦਾਸ ਸਮੇਂ ਦਾ ਇੱਕ ਇਤਿਹਾਸਿਕ ਹੈ, ਕਿਉਂਕਿ ਅੱਜ ਜੋ ਇੱਥੇ ਸੇਵਾਵਾਂ ਚੱਲਦੀਆਂ ਸਨ ਭਾਈ ਮਤੀ ਦਾਸ ਚੌਕ ਦੇ ਉੱਤੇ, ਤੇ ਜੋ ਇੱਥੋਂ ਦੀ ਸੰਗਤ ਨੇ, ਇੱਥੋਂ ਦੀ ਕਮੇਟੀ ਨੇ ਜਾਂ ਇੱਥੋਂ ਦੀ ਕਾਰ ਸੇਵਾ ਵਾਲਿਆਂ ਨੇ ਜੋ ਇਸ ਸਥਾਨ ਦੀ ਸੰਭਾਲ ਕੀਤੀ ਹੈ, ਇਹ ਇੱਕ ਬਹੁਤ ਵੱਡਮੁੱਲਾ ਕਦਮ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜ੍ਹੀਆਂ ਦੇ ਵਾਸਤੇ ਸਾਡਾ ਇਤਿਹਾਸ ਸੁਰੱਖਿਅਤ ਹੈ ਕਿ ਅਸੀਂ ਦੱਸ ਸਕਦੇ ਹਾਂ ਕਿ ਇਹ ਉਹ ਜਗ੍ਹਾ ਸੀ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਦੀ ਸ਼ਹਾਦਤ ਹੋਈ। ਤੇ ਇਸ ਕਰਕੇ ਮੈਂ ਉਹਨਾਂ ਸਾਰਿਆਂ ਗੁਰੂ ਕੀ ਸੰਗਤ ਨੂੰ ਜਾਂ ਮਤੀ ਦਾਸ ਸੇਵਾ ਸੁਸਾਇਟੀ ਵੱਲੋਂ ਜੋ ਵੀ ਸੰਗਤ ਦੀਆਂ ਜੋ ਸੇਵਾਵਾਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਹਨਾਂ ਨੇ ਸੇਵਾਵਾਂ ਇੱਥੇ ਕਰਾਈਆਂ। ਤੇ ਦਾਸ ਨੂੰ ਵੀ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ, ਕਿਉਂਕਿ ਗੁਰੂ ਮਹਾਰਾਜ ਦਾ ਹੁਕਮ ਹੈ ਕਿ ਸੰਗਤ ਦੇ ਵਿੱਚ ਗੁਰੂ ਵਰਤਦਾ ਹੈ। ਇਸ ਕਰਕੇ ਦਾਸ ਨੂੰ ਵੀ ਅੱਜ ਸੰਗਤ ਦੇ ਦਰਸ਼ਨ ਦਾ ਮੌਕਾ ਮਿਲਿਆ। ਦਾਸ ਇਹ ਦੱਸਣਾ ਚਾਹੁੰਦਾ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਇੱਕ ਸਭ ਤੋਂ ਵੱਡੇ ਪਰਿਵਾਰ ਦਾ ਜ਼ਿਕਰ ਆਉਂਦਾ ਹੈ, ਜਿਹੜਾ ਪਰਿਵਾਰ ਭਾਈ ਮਨੀ ਸਿੰਘ। ਦੇਖੋ ਸੰਗਤ ਜੀ, ਸਮੇਂ-ਸਮੇਂ ਤੇ ਆ ਕੇ ਗੁਰੂ ਕੇ ਸਿੱਖ ਆਪਣੀਆਂ ਸੇਵਾਵਾਂ ਦਿੰਦੇ ਨੇ ਔਰ ਆਪਣੇ ਸਤਰ ਦੇ ਉੱਤੇ ਜਿਹੜੇ ਸਾਨੂੰ ਨਹੀਂ ਵੀ ਪਤਾ ਉਹ ਵੀ ਲੱਗੇ ਹੋਏ ਨੇ ਸੇਵਾਵਾਂ ਦੇਣ ਦੇ ਵਿੱਚ। ਉਹ ਗੁਰੂ ਕੇ ਪਿਆਰੇ ਗੁਰਸਿੱਖ ਸੀ ਜਿਨ੍ਹਾਂ ਨੇ ਇਸ ਗੱਲ ਦੀ ਖੋਜ ਕੀਤੀ ਸੀ ਕਿ ਭਾਈ ਮਨੀ ਸਿੰਘ ਜਿਨ੍ਹਾਂ ਦੇ 90 ਗੁਰਸਿੱਖ ਗੁਰੂ ਘਰ ਦੀ ਸੇਵਾ 'ਚ ਰਹੇ, ਜਿਸ ਤੋਂ 60 ਤੋਂ ਉੱਤੇ ਸ਼ਹੀਦ ਨੇ। ਇਸੇ ਤਰ੍ਹਾਂ ਸੰਗਤ ਜੀ ਪਰਿਵਾਰ ਸੀ ਭਾਈ ਮਤੀ ਦਾਸ ਜਿਨ੍ਹਾਂ ਦੇ 28 ਤੋਂ ਵੱਧ ਗੁਰਸਿੱਖ ਗੁਰੂ ਘਰ ਦੀ ਸੇਵਾ 'ਚ ਰਹੇ, ਜਿਸ ਦੇ ਵਿੱਚ 9 ਤੋਂ 10 ਸ਼ਹੀਦ ਨੇ। 9 ਸ਼ਹੀਦੀਆਂ ਤੇ ਕਨਫਰਮ ਨੇ, ਇੱਕ ਸ਼ਹੀਦੀ ਦੇ ਉੱਤੇ ਹਾਲੇ ਸਰਚ ਚੱਲ ਰਹੀ ਹੈ। ਸੰਗਤ ਜੀ, ਇਹ ਜਿਹੜਾ ਪਰਿਵਾਰ ਹੈ ਇਹ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਗੁਰੂ ਘਰ ਨਾਲ ਜੁੜ ਚੁੱਕਿਆ ਸੀ। ਇਹ ਗੌਤਮ ਦਾਸ ਹੋਏ ਨੇ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਰਾਜਾ ਗੌਤਮ ਸੈਨ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ। ਇਹ ਬਾਬਰ ਔਰ ਬਹਿਲੋਲ ਲੋਧੀ ਤੋਂ ਜੰਗ ਹਾਰ ਚੁੱਕੇ ਸਨ ਔਰ ਜੰਗ ਹਾਰਨ ਦੇ ਬਾਅਦ ਇਹਨਾਂ ਦੀ ਭੇਂਟ ਗੁਰੂ ਨਾਨਕ ਸਾਹਿਬ ਨਾਲ ਹੋਈ। ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਪ੍ਰਚਾਰ ਦੀ ਇੱਕ ਮੰਜੀ ਬਖਸ਼ੀ ਸੀ ਅਤੇ ਪਥੋਹਾਰ ਦੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਥਾਪਿਆ ਸੀ। ਇਸ ਪਰਿਵਾਰ ਦੇ ਸਾਰੇ ਸ਼ਹੀਦਾਂ ਦੇ ਜਨਮ ਜ਼ਿਲ੍ਹਾ ਝੇਲਮ ਪਾਕਿਸਤਾਨ ਕਰਿਆਲਾ ਦੇ ਨੇ। ਉੱਥੇ ਅੱਜ ਵੀ ਬਾਬਾ ਪਰਾਗਾ ਜੀ ਦੇ ਨਾਂ ਦੀ ਥੱਲੀ ਬਣੀ ਹੋਈ ਹੈ ਔਰ ਇੱਕ ਪਰਿਵਾਰ ਉੱਥੇ ਮੌਜੂਦ ਹੈ। ਸੰਗਤ ਜੀ, ਅੱਗੇ ਚੱਲ ਕੇ ਭਾਈ ਗੌਤਮ ਦਾਸ ਦੇ 2 ਪੁੱਤਰ ਹੁੰਦੇ ਨੇ, ਬਾਬਾ ਪਰਾਗਾ ਜੀ ਤੇ ਬਾਬਾ ਪੈੜਾ ਜੀ, ਤੇ ਇੱਕ ਬੇਟੀ ਬੀਬੀ ਸਰਸਵਤੀ ਜੀ। ਪਹਿਲਾਂ ਆਪਾਂ ਬਾਬਾ ਪੈੜਾ ਜੀ ਦਾ ਹੀ ਜ਼ਿਕਰ ਕਰੀਏ ਤੇ ਇਤਿਹਾਸਕਾਰ ਲਿਖਦੇ ਨੇ ਕਿ ਬਾਬਾ ਪੈੜਾ ਜੀ ਤੇ ਬਾਬਾ ਪਰਾਗਾ ਜੀ ਇਹ ਦੋਨੇ ਪੰਚਮ ਪਾਤਸ਼ਾਹੀ ਅਤੇ 6ਵੀਂ ਪਾਤਸ਼ਾਹੀ ਦੇ ਪ੍ਰਮੁੱਖ ਸਿੰਘ ਸਨ ਜਿਹੜੇ ਗੁਰੂ ਘਰ ਦੀ ਸੇਵਾ ਦੇ ਵਿੱਚ ਰਹੇ। ਔਰ ਬਾਬਾ ਪਰਾਗਾ ਜੀ ਦੇ ਬਾਰੇ ਤੇ ਇਤਿਹਾਸਕਾਰ ਦੱਸਦੇ ਨੇ ਕਿ ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਵੀ ਇਹ ਜਾਂਦੇ ਰਹੇ। ਬਾਬਾ ਪੈੜਾ ਜੀ ਤੋਂ ਜਿਹੜੀ ਅੱਗੇ ਲਾਈਨ ਚੱਲਦੀ ਹੈ ਇਹਦੇ ਵਿੱਚ ਆਉਂਦੇ ਨੇ ਭਾਈ ਚੌਪਾ ਸਿੰਘ, ਜਿਹੜੇ ਪਹਿਲਾਂ ਚੌਪਤ ਰਾਏ ਸੀ ਫਿਰ ਅੰਮ੍ਰਿਤ ਛਕ ਕੇ ਸਿੰਘ ਸੱਜ ਗਏ। ਇਹਨਾਂ ਦੀ ਸ਼ਹਾਦਤ 1724 ਦੇ ਵਿੱਚ ਦਿੱਲੀ ਦੇ ਵਿੱਚ ਹੈ। ਜ਼ਿਆਦਾਤਰ ਸੰਗਤ ਇਹ ਜਾਣਦੀ ਹੈ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਦੇ ਬਾਰੇ, ਲੇਕਿਨ ਇਸ ਪਰਿਵਾਰ ਦੇ 4 ਸਿੰਘਾਂ ਦੀਆਂ ਸ਼ਹਾਦਤਾਂ ਦਿੱਲੀ ਦੇ ਵਿੱਚ ਨੇ। ਭਾਈ ਚੌਪਾ ਜੀ ਤੋਂ ਬਾਅਦ ਭਾਈ ਮੁਕੰਦ ਸਿੰਘ ਤੇ ਭਾਈ ਮੁਕੰਦ ਸਿੰਘ ਦੂਜਾ, ਇਹ 2 ਗੁਰੂ ਕੇ ਸਿੰਘ ਹੋਏ ਨੇ ਜਿਹੜੀ ਚਮਕੌਰ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਨੇ। ਤੇ ਇਸ ਦੇ ਨਾਲ ਹੀ ਇੱਕ ਰਾਏ ਸਿੰਘ ਹਜ਼ੂਰੀ ਹੋਏ ਨੇ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਦੀ ਧਰਤੀ ਵੱਲ ਤੋਰਿਆ ਸੀ, ਤੇ ਇੱਧਰ ਭਾਈ ਰਾਏ ਸਿੰਘ ਹਜ਼ੂਰੀ ਆਪਣੇ ਸਿੰਘਾਂ ਦਾ ਜਥਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਆਣ ਮਿਲੇ ਸੀ। ਇਹ ਗੁਰਦਾਸ ਨੰਗਲ ਦੀ ਗੜੀ ਤੋਂ ਗ੍ਰਿਫਤਾਰ ਹੋਏ ਸੀ ਦਿੱਲੀ ਦੇ ਮਹਿਰੌਲੀ ਦੇ ਵਿੱਚ 1716 ਦੇ ਵਿੱਚ। ਉਹਨਾਂ 800 ਸਿੰਘਾਂ ਦੇ ਵਿੱਚ ਸ਼ਹੀਦ ਨੇ ਜਿਨ੍ਹਾਂ ਦੀ ਸ਼ਹਾਦਤ ਦਿੱਲੀ ਦੇ ਵਿੱਚ ਹੋਈ ਹੈ। ਇੱਧਰ ਸੰਗਤ ਜੀ, ਫਿਰ ਜੇ ਬੀਬੀ ਇਹਨਾਂ ਦੀ ਭੈਣ ਸੀ ਜਿਹੜੀ ਬੀਬੀ ਸਰਸਵਤੀ, ਉਹਦੀ ਗੱਲ ਕਰੀਏ ਤਾਂ ਬੀਬੀ ਜਿਹੜੀ ਸਰਸਵਤੀ ਸੀ ਜਿਹੜੇ ਕਸ਼ਮੀਰ ਤੋਂ ਬ੍ਰਾਹਮਣ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਲ ਫਰਿਆਦ ਲੈ ਕੇ ਆਏ ਸੀ, ਉਹਨਾਂ ਦਾ ਮੁਖੀ ਪੰਡਿਤ ਕਿਰਪਾ ਰਾਮ ਜਿਹੜਾ ਦੱਤ ਸੀ ਉਹਦੀ ਮਾਤਾ ਸੀ। ਇਸ ਮਾਤਾ ਦੀ ਪ੍ਰੇਰਣਾ ਤੋਂ ਹੀ ਇਹ ਪੰਡਿਤ ਕਿਰਪਾ ਰਾਮ ਦੱਤ ਕੁਰੂਕਸ਼ੇਤਰ, ਬਨਾਰਸ ਔਰ ਹਰਿਦੁਆਰ ਦੇ ਬ੍ਰਾਹਮਣਾਂ ਨੂੰ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਛਣ 'ਚ ਆਏ ਸੀ। ਇੱਧਰ ਜੇ ਬਾਬਾ ਪਰਾਗਾ ਜੀ ਦੀ ਗੱਲ ਕਰੀਏ ਤਾਂ ਬਾਬਾ ਪਰਾਗਾ ਜੀ ਪੰਚਮ ਪਾਤਸ਼ਾਹੀ ਔਰ 6ਵੀਂ ਪਾਤਸ਼ਾਹੀ ਦੀ ਸੇਵਾ 'ਚ ਰਹੇ। 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਦੋਂ ਫੌਜਾਂ ਦੇ ਜਥੇ 5 ਜਥੇ ਸਾਜੇ ਸੀ ਤੇ ਉਹਨਾਂ 'ਚੋਂ ਇੱਕ ਜਥੇ ਦੇ ਜਥੇਦਾਰ ਬਾਬਾ ਪਰਾਗਾ ਜੀ ਨੂੰ ਬਣਾਇਆ ਸੀ। ਸਨ 1628 ਦੀ ਪਹਿਲੀ ਜੰਗ ਦੇ ਵਿੱਚ ਬਹੁਤ ਜ਼ਿਆਦਾ ਫੱਟ ਲੱਗਣ ਕਰਕੇ ਬਾਬਾ ਪਰਾਗਾ ਜੀ ਦੀ ਸ਼ਹਾਦਤ ਹੋਈ ਸੀ। ਇਹਨਾਂ ਦੇ ਬਾਰੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਖੁਸ਼ ਹੋ ਕੇ ਭਜਨ ਕੀਤੇ ਸੀ, ਜੈਤ ਸੋ ਪਰਾਗਾ ਧੀਰ ਪੈੜਾ ਜੰਗ ਆਇਓ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਦੇ ਬਾਰੇ ਲਿਖਿਆ ਹੈ, ਪੁਰਖ ਪਰਾਗਾ ਨਾਮ ਅਦਾਰਾ। ਇਸ ਤੋਂ ਬਾਅਦ ਸੰਗਤ ਜੀ ਅੱਗੇ ਚੱਲ ਕੇ ਬਾਬਾ ਪਰਾਗਾ ਜੀ ਦੇ ਪੁੱਤਰ ਹੁੰਦੇ ਨੇ ਭਾਈ ਲੱਖੀ ਦਾਸ ਜਿਹੜੇ 6ਵੀਂ ਅਤੇ 7ਵੀਂ ਪਾਤਸ਼ਾਹੀ ਦੀ ਸੇਵਾ ਦੇ ਵਿੱਚ ਰਹਿੰਦੇ ਨੇ। ਅੱਗੇ ਚੱਲ ਕੇ ਲੱਖੀ ਦਾਸ ਦੇ ਫਿਰ 2 ਪੁੱਤਰ ਹੁੰਦੇ ਨੇ ਭਾਈ ਦਰਗਾਹ ਮਲ ਤੇ ਭਾਈ ਹੀਰਾਨੰਦ। ਭਾਈ ਹੀਰਾਨੰਦ ਦੇ ਪੁੱਤਰ ਸਨ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਜਤੀ ਦਾਸ, ਭਾਈ ਸਖੀ ਦਾਸ। ਤੇ ਸੰਗਤ ਜੀ ਇੱਧਰ ਇਹ
ਜਿਸ ਵਕਤ ਗੁਰੂ ਹਰਰਾਏ ਸਾਹਿਬ ਜੀ ਸੇਵਾ ਦੇ ਚੱਲ ਰਹੀ ਸੀ, ਉਸ ਵਕਤ ਭਾਈ ਹੀਰਾਨੰਦ ਬਜ਼ੁਰਗ ਹੋ ਚੁੱਕੇ ਸਨ। ਇਹ ਮੀਰੀ ਅਤੇ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕਰਦੇ ਸਨ ਔਰ ਬਜ਼ੁਰਗ ਹੋਣ ਦੇ ਬਾਅਦ ਇਹ ਗੁਰੂ ਹਰਰਾਏ ਸਾਹਿਬ ਜੀ ਦੀ ਸੇਵਾ ਦੇ ਵਿੱਚ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਨੂੰ ਛੱਡ ਕੇ ਵਾਪਸ ਆਪਣੇ ਪਿੰਡ ਪਰਤ ਗਏ ਸਨ। ਇਸੇ ਸਮੇਂ ਦੇ ਵਿੱਚ ਭਾਈ ਮਤੀ ਦਾਸ, ਸਤੀ ਦਾਸ ਜੀ ਦੇ ਜਿਹੜੇ ਚਾਚਾ ਜੀ ਰਿਸ਼ਤੇ 'ਚ ਲੱਗਦੇ ਸਨ, ਦੀਵਾਨ ਦਰਗਾਹ ਮੱਲ, ਇਹ ਗੁਰੂ ਹਰਰਾਏ ਸਾਹਿਬ ਜੀ ਦੇ ਦੀਵਾਨ ਸਨ। ਇਹਨਾਂ ਨੇ 3 ਪਾਤਸ਼ਾਹੀਆਂ ਦੀ ਦੀਵਾਨੀ ਕੀਤੀ ਹੈ, ਗੁਰੂ ਹਰਰਾਏ ਸਾਹਿਬ ਜੀ ਮਹਾਰਾਜ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸੰਗਤ ਜੀ, ਜਿਸ ਵਕਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਵੱਲ ਨੂੰ ਆਏ ਨੇ, ਉਸ ਵਕਤ ਤਕਰੀਬਨ 20 ਗੁਰੂ ਕੇ ਸਿੱਖ ਇਹਨਾਂ ਦੇ ਨਾਲ ਸੀ, ਜਿਨ੍ਹਾਂ ਦੇ ਵਿੱਚ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ, ਭਾਈ ਦਰਗਾਹ ਮੱਲ, ਭਾਈ ਜੈਤਾ ਜੀ ਆਦਿਕ ਗੁਰਸਿੱਖ ਉਹਨਾਂ ਦੇ ਨਾਲ ਸਨ। ਔਰ ਜਿਸ ਵਕਤ ਇੱਥੇ ਔਰੰਗਜ਼ੇਬ ਦੇ ਨਾਲ ਆ ਕੇ ਜਿਹੜਾ ਵਾਰਤਾਲਾਪ ਹੁੰਦਾ ਹੈ, ਉਸ ਗੁਰੂ ਸਾਹਿਬ ਨੇ ਆਪਣਾ ਦਰਵਾਜ਼ਾ ਬੰਦ ਕਰ ਲਿਆ ਸੀ, ਦਰਸ਼ਨ ਨਹੀਂ ਸੀ ਦਿੱਤੇ, ਅਤੇ ਉਹ ਵਾਰਤਾਲਾਪ ਉਸ ਵਕਤ ਭਾਈ ਦਰਗਾਹ ਮੱਲ ਨੇ ਕੀਤਾ ਸੀ। ਅਤੇ ਜਿਸ ਵਕਤ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਵਿੱਚ ਜੋਤੀ ਜੋਤ ਸਮਾਉਣ ਲੱਗੇ ਤਾਂ ਦਿੱਲੀ ਦੀ ਸੰਗਤ ਨੇ ਵੈਰਾਗ 'ਚ ਆ ਕੇ ਪੁੱਛਿਆ ਸੀ, ਗੁਰੂ ਮਹਾਰਾਜ ਸਾਨੂੰ ਹੁਣ ਆਪ ਜੀ ਕਿਸ ਦੇ ਲੜ ਲਗਾ ਕੇ ਚੱਲੇ ਹੋ? ਤਾਂ ਗੁਰੂ ਸਾਹਿਬ ਦੇ ਮੁਖ ਤੋਂ ਬਚਨ ਹੋਏ ਸਨ ਬਾਬੇ ਬਕਾਲੇ, ਲੇਕਿਨ ਹਜੇ ਇਹ ਨਹੀਂ ਸੀ ਪਤਾ ਵੀ ਅਗਲੇ ਗੁਰੂ ਸਾਹਿਬਾਨ ਦਾ ਨਾਮ ਕੀ ਹੋਏਗਾ। ਤਾਂ ਉਸ ਵਕਤ ਭਾਈ ਦਰਗਾਹ ਮੱਲ ਜੀ ਦੀ ਜ਼ਿੰਮੇਵਾਰੀ ਲੱਗੀ ਸੀ ਕਿ ਅਗਲੇ ਗੁਰੂ ਸਾਹਿਬਾਨ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਜੋ ਹੈ ਉਹ ਆਪ ਜੀ ਨੇ ਲਗਾਉਣਾ ਹੈ। ਤਾਂ ਫਿਰ ਭਾਈ ਦਰਗਾਹ ਮੱਲ ਜੀ ਇੱਥੋਂ ਦਿੱਲੀ ਦੀ ਸੰਗਤ ਨੂੰ ਲੈ ਕੇ ਬਾਬੇ ਬਕਾਲੇ ਗਏ ਸਨ, ਅਤੇ ਉੱਥੇ ਉਸ ਵਕਤ ਦੱਸਦੇ ਨੇ ਕਿ 22 ਮੰਜੀਆਂ ਲੱਗੀਆਂ ਹੋਈਆਂ ਸਨ। ਅਤੇ ਕੇਸਰ ਸਿੰਘ ਛਿੱਬਰ ਲਿਖਦੇ ਨੇ ਕਿ ਕੁਝ ਦਿਨ ਸੰਗਤ ਕਨਫਿਊਜ਼ ਰਹੀ ਵੀ, ਸੰਸ਼ੇ ਵਿੱਚ ਰਹੀ ਵੀ ਹੁਣ ਅਸੀਂ ਗੁਰਤਾ ਗੱਦੀ ਦਾ ਤਿਲਕ ਕਿਸ ਨੂੰ ਲਾਈਏ। ਅਤੇ ਇੱਕ ਸ਼ਾਮ ਸਾਰੇ ਜਣੇ ਭਾਈ ਦਰਗਾਹ ਮੱਲ ਜੀ ਕੋਲ ਆ ਕੇ ਸੰਗਤ ਸਾਰੀ ਬੈਠੀ ਔਰ ਉਹਨਾਂ ਨੇ ਕਿਹਾ ਕਿ ਆਪ ਜੀ ਬਜ਼ੁਰਗ ਹੋ ਔਰ ਗੁਰੂ ਘਰ ਦੀ ਸੇਵਾ ਕਰਦੇ ਹੋ, ਇੱਥੇ 21 ਮੰਜੀਆਂ ਦੇ ਵਾਲੰਟੀਅਰ ਆ ਕੇ ਕਹਿ ਰਹੇ ਨੇ ਅਸੀਂ ਗੁਰੂ ਹਾਂ, ਅਤੇ ਹੁਣ ਆਪਾਂ ਕਿਸ ਪਾਸੇ ਜਾਈਏ? ਤਾਂ ਭਾਈ ਦਰਗਾਹ ਮੱਲ ਜੀ ਨੇ ਆਖਿਆ ਸੀ ਵੀ ਇੱਕ ਮੰਜੀ ਐਸੀ ਹੈ ਇੱਥੇ ਜਿਨ੍ਹਾਂ ਨੇ ਸਾਨੂੰ ਆਪਣੇ ਵੱਲ ਨਹੀਂ ਸੱਦਿਆ, ਉਹ ਹੈ ਤੇਗ ਬਹਾਦਰ ਦੀ ਮੰਜੀ, ਆਪਾਂ ਗੁਰਤਾ ਗੱਦੀ ਦਾ ਤਿਲਕ ਉਹਨਾਂ ਨੂੰ ਲਾਣਾ ਹੈ। ਅਤੇ ਇਸ ਤਰ੍ਹਾਂ ਫਿਰ ਸਾਰੀ ਸੰਗਤ ਨੇ ਜਾ ਕੇ ਉੱਥੇ ਉਸ ਵਕਤ ਦੱਸਦੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਦੇ ਵੰਸ਼ਜ ਮੌਜੂਦ ਸਨ, ਪੱਲਾ ਤ੍ਰੇਹਨ ਪਰਿਵਾਰ ਉਸ ਵਕਤ ਮੌਜੂਦ ਸੀਗਾ, ਅਤੇ ਉਸ ਵਕਤ 5 ਪੈਸੇ ਔਰ ਇੱਕ ਨਾਰੀਅਲ ਰੱਖ ਕੇ ਭਾਈ ਦਰਗਾਹ ਮੱਲ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ ਸੀ। ਅਤੇ ਇਸ ਤਰ੍ਹਾਂ ਸਾਰੀ ਸੰਗਤ ਦੇ ਵਿੱਚ ਜੈ ਜੈਕਾਰ ਹੋਈ। ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਵਕਤ ਬਚਨ ਕੀਤੇ ਸਨ ਕਿ ਦਰਗਾਹ ਮੱਲ ਜੀ ਹਜੇ ਅਸੀਂ ਪ੍ਰਗਟ ਨਹੀਂ ਹੋਣਾ, ਅਤੇ ਦੀਵਾਨੀ ਦੀ ਸੇਵਾ ਇਹਨਾਂ ਨੂੰ ਦਿੱਤੀ, ਅਤੇ ਪ੍ਰਗਟ ਇਹਨਾਂ ਨੂੰ ਮੱਖਣ ਸ਼ਾਹ ਲਬਾਣੇ ਨੇ ਕੀਤਾ ਸੀ ਜੀ। ਅਤੇ ਫਿਰ ਇਸ ਤਰ੍ਹਾਂ ਫਿਰ ਜਿਸ ਵਕਤ ਗੁਰੂ ਸਾਹਿਬ ਦਿੱਲੀ 'ਚ ਆਏ, ਅਤੇ ਦਿੱਲੀ ਦੇ ਵਿੱਚ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਗੁਰੂ ਸਾਹਿਬ ਦੀ ਸੇਵਾ 'ਚ ਰਹੇ। ਇਸ ਸਮੇਂ ਤੱਕ ਭਾਈ ਦਰਗਾਹ ਮੱਲ ਵਡੇਰੇ ਹੋ ਚੁੱਕੇ ਸਨ। ਉਹਨਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਾਡੇ ਭਰਾ ਭਾਈ ਹੀਰਾਨੰਦ ਦੇ ਪੁੱਤਰ ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਨੂੰ ਇਹ ਸੇਵਾ ਦੀਵਾਨੀ ਦੀ ਦੇ ਦਿੱਤੀ ਜਾਏ। ਤਾਂ ਇਸ ਤਰ੍ਹਾਂ ਫਿਰ ਭਾਈ ਮਤੀ ਦਾਸ ਜੀ ਨੂੰ ਦੀਵਾਨ ਔਰ ਭਾਈ ਸਤੀ ਦਾਸ ਜੀ ਉੱਥੇ ਵਿਦਵਾਨ ਸਨ। ਅਤੇ 11 ਨਵੰਬਰ 1675 ਨੂੰ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਜੀ ਦੀ ਸ਼ਹਾਦਤਾਂ ਤੋਂ ਬਾਅਦ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਤਾ ਗੱਦੀ 'ਤੇ ਆਏ, ਤਾਂ ਉਸ ਵਕਤ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ। ਕੇਸਰ ਸਿੰਘ ਛਿੱਬਰ ਲਿਖਦੇ ਨੇ ਵੀ ਗੁਰੂ ਸਾਹਿਬ ਨੇ ਕਿਹਾ ਵੀ ਛਿੱਬਰ ਸਾਡੇ ਕਦੀਮੀ ਸਿੱਖ ਹਨ, ਇਹਨਾਂ ਨੂੰ ਹਾਜ਼ਰ ਕਰੋ। ਤਾਂ ਫਿਰ ਉਸ ਵਕਤ ਭਾਈ ਦਰਗਾਹ ਮੱਲ ਜੀ ਨੇ ਆਪਣੇ ਪੁੱਤਰ ਭਾਈ ਸਾਹਿਬ ਚੰਦ ਅਤੇ ਭਾਈ ਧਰਮ ਚੰਦ ਨੂੰ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ ਘੱਲਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਸਾਹਿਬ ਚੰਦ ਨੂੰ ਦੀਵਾਨ ਦੀ ਉਪਾਧੀ ਔਰ ਭਾਈ ਧਰਮ ਚੰਦ ਨੂੰ ਖਜ਼ਾਨਚੀ ਦੀ ਸੇਵਾ ਦਿੱਤੀ। ਸਨ 1700 ਦੀ ਜੰਗ ਜਿਹੜੀ ਕਿਲ੍ਹਾ ਨਿਰਮੋਹਗੜ੍ਹ ਦੇ ਵਿੱਚ ਬੜੀ ਇਤਿਹਾਸਕ ਜੰਗ ਹੋਈ ਸੀ, ਇਸ ਦੇ ਵਿੱਚ ਭਾਈ ਸਾਹਿਬ ਸਿੰਘ ਸ਼ਹੀਦੀਆਂ ਪਾ ਗਏ। ਥੋੜ੍ਹਾ ਜਿਹਾ ਇਤਿਹਾਸਕ ਪ੍ਰਕਰਣ ਨੇ, ਲੇਕਿਨ ਸਮਾਂ ਘੱਟ ਇਸ ਕਰਕੇ 10 ਸ਼ਾਰਟ ਵਿੱਚ ਹੀ ਦੱਸ ਰਿਹਾ ਆਪ ਜੀ ਨੂੰ। ਅਤੇ ਸਨ 1703 ਦੇ ਵਿੱਚ ਭਾਈ ਧਰਮ ਸਿੰਘ ਜੀ ਦੀ ਸ਼ਹਾਦਤ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਹੁੰਦੀ ਹੈ। ਸਨ 1701 ਤੋਂ 1703 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਹੁਕਮਨਾਮੇ ਇਸ ਪਰਿਵਾਰ ਨੂੰ ਲਿਖੇ ਸਨ, ਜਿਨ੍ਹਾਂ ਦੀਆਂ ਨਕਲਾਂ ਪਰਿਵਾਰ ਕੋਲ ਅੱਜ ਵੀ ਮੌਜੂਦ ਨੇ। ਬਹੁਤ ਅੱਛਾ ਜੀ, ਆਪ ਜੀ ਨੇ ਇਤਿਹਾਸ ਵੀ ਦੱਸਿਆ। ਭਾਈ ਚਰਨਜੀਤ ਸਿੰਘ ਜੀ ਇਹ ਸਾਰੇ ਇਤਿਹਾਸ ਤੋਂ ਸੰਬੰਧਿਤ ਕੁਝ ਦਸਤਾਵੇਜ਼ ਵੀ ਆਪਣੇ ਨਾਲ ਇਹਨਾਂ ਕੋਲ ਹੈਗੇ ਨੇ। ਸੰਗਤ ਜੀ, ਆਪ ਜੀ ਇਹਨਾਂ ਦਸਤਾਵੇਜ਼ਾਂ ਦੇ ਦਰਸ਼ਨ ਕਰੋ। ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਬਿਲਕੁਲ ਫੋਕਸ ਕਰਨ, ਔਰ ਇਹ ਜਿੰਨੇ ਵੀ ਦਸਤਾਵੇਜ਼ ਨੇ ਆਪ ਜੀ ਵਾਰੀ ਇਹਨਾਂ ਦੇ ਬਾਰੇ ਥੋੜਾ ਜਾਣਕਾਰੀ ਦਿਓ ਜੀ। ਸੰਗਤ ਜੀ, ਇਹ ਜਿਹੜਾ ਹੈ ਪਰਿਵਾਰ ਦਾ ਵਡੇਰਿਆਂ ਦੇ ਹੱਥ ਦਾ ਬਣਾਇਆ ਹੋਇਆ ਛੱਜੜਾ ਹੈ, ਜਿਹੜਾ ਤਕਰੀਬਨ 150 ਤੋਂ 200 ਸਾਲ ਪੁਰਾਣਾ ਹੈ। ਸੰਗਤ ਜੀ, ਇਸ ਵਿੱਚ ਜਿਹੜੀ ਭਾਈ ਮਤੀ ਦਾਸ ਪਰਿਵਾਰ ਦੀ ਪੀੜ੍ਹੀ ਦਾ ਜ਼ਿਕਰ ਹੈ, ਗੁਰੂ ਹਰਰਾਏ ਸਾਹਿਬ ਤੋਂ ਲੈ ਕੇ ਤੇ ਸਨ 1875 ਤੱਕ ਜਿਹੜੇ ਇਸ ਪਰਿਵਾਰ ਦੇ ਗੁਰਸਿੱਖ ਰਹੇ ਨੇ ਉਹਨਾਂ ਦਾ ਜ਼ਿਕਰ ਹੈ। ਇਹ ਛੱਜੜਾ ਭਾਈ ਦਰਗਾਹ ਮੱਲ ਤੋਂ ਸ਼ੁਰੂ ਹੁੰਦਾ ਹੈ, ਤੇ ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਦਰਗਾਹ ਮੱਲ ਦੇ ਭਤੀਜੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਔਰ ਉਸ ਤੋਂ ਬਾਅਦ ਜਿਹੜੀ ਹੈ ਸਾਰੀ ਪੀੜ੍ਹੀ ਇਸ ਤਰੀਕੇ ਦੇ ਨਾਲ ਇਸ 1875 ਤੱਕ ਦੀ ਪੀੜ੍ਹੀ ਦਾ ਰਿਕਾਰਡ ਜਿਹੜਾ ਹੈ ਪਰਿਵਾਰ ਕੋਲ ਖੁਸ਼ਕਿਸਮਤੀ ਹੈ ਕਿ ਗੁਰੂ ਸਾਹਿਬਾਨ ਨੇ ਸੰਭਾਲਿਆ। ਅਸੀਂ ਅੱਗੇ ਸੰਭਾਲਿਆ। ਤੇ ਸੰਗਤ ਜੀ, ਇਹ ਹੁਕਮਨਾਮਾ ਸੀ ਜਿਹੜੀ ਸਨ 1703 ਦੀ ਜੰਗ ਵਿੱਚ ਭਾਈ ਧਰਮ ਸਿੰਘ ਸ਼ਹੀਦ ਹੋਏ ਨੇ, ਉਸ ਹੁਕਮਨਾਮੇ ਦੀ ਨਕਲ ਹੈ। ਇਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤੇ ਸੀ, ਸਤਿਗੁਰੂ ਜੀ, ਸ਼੍ਰੀ ਗੁਰੂ ਜੀ ਕੀ ਆਗਿਆ ਹੈ, ਸਰਬਤ ਸੰਗਤ ਸਭ ਦੇਸ਼ ਕੀ ਗੁਰੂ ਰੱਖੇਗਾ,
ਸੰਗਤ ਗੁਰੂ ਗੁਰੂ ਜਪਨਾ ਜਨਮ ਸਵਰੇਗਾ, ਸੰਗਤ ਦਾ ਭਲਾ ਹੋਵੀ। ਧਰਮਚੰਦ ਛਿੱਬਰ ਕਾਮਦਾਰ ਗੁਰੂ ਕੇ ਘਰਵਾ, ਸੋ ਕੰਮ ਆਇਆ ਥਾਂ ਲੱਗਾ, ਤਿਸ ਦੇ ਉੱਪਰ ਖੁਸ਼ੀ ਹੋਵੀ। ਜੋ ਕੋਈ ਸਿੱਖ ਪੂਤ ਗੁਰਬਖਸ਼ ਸਿੰਘ ਬ੍ਰਾਹਮਣ ਨੂੰ ਦੇਖ, ਸੋ ਗੁਰੂ ਕੇ ਲੰਗਰ ਪਾਵੇਗਾ। ਸਰਬਤ ਸੰਗਤ ਉੱਪਰ ਮੇਰਾ ਹੁਕਮ ਹੈ, ਧਰਮਚੰਦ ਦੇ ਪੁੱਤ ਪੋਤਰੇ ਦੀ ਟਹਿਲ ਕਰਨੀ। ਸੰਗਤ ਕੀ ਗੁਰੂ ਬੋਹੜੀ ਕਰੇਗਾ, ਸੰਗਤ ਨਿਹਾਲ ਹੋਗੀ। ਸੰਗਤ ਉੱਪਰ ਮੇਰੀ ਖੁਸ਼ੀ ਹੈ, ਸੰਗਤ ਮੇਰਾ ਖਾਲਸਾ ਹੈ। ਸੰਮਤ 1760 ਅੱਸੂ 11ਵੀਂ 1713 ਦਾ ਲਿਖਿਆ ਹੋਇਆ ਇਹ ਹੁਕਮਨਾਮਾ ਹੈ ਜੀ। ਇਸ ਤੋਂ ਬਾਅਦ ਸੰਗਤ ਜੀ ਇਹ ਇੱਕ ਹੁਕਮਨਾਮਾ ਹੈ ਜੇ, ਔਰ ਇਸ ਤੋਂ ਇਲਾਵਾ 3 ਹੋਰ ਹੁਕਮਨਾਮੇ। ਹਲੇ ਇੱਕ ਹੁਕਮਨਾਮਾ ਸਾਹਿਬ ਐਸਾ ਵੀ ਹੈ ਜੀ ਸਾਨੂੰ ਹਜੇ ਖੁਦ ਵੀ ਕਲੀਅਰ ਨਹੀਂ ਪਤਾ ਉਸ ਕੀ ਲਿਖਿਆ ਹੈ, ਵਰਡਿੰਗ ਕੀ ਹੈ। ਤੇ ਸੰਗਤ ਜੀ ਇਸ ਤਰ੍ਹਾਂ ਫਿਰ ਜਦ 1703 ਦੀ ਸ਼ਹਾਦਤ ਦੇ ਬਾਅਦ ਫਿਰ ਭਾਈ ਧਰਮ ਸਿੰਘ ਜੀ ਦੇ ਪੁੱਤਰ ਭਾਈ ਗੁਰਬਖਸ਼ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੇਵਾ ਚਾਹੁੰਦੇ ਨੇ। ਉਸ ਵਕਤ ਵੀ ਗੁਰੂ ਸਾਹਿਬ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਹੈ, ਜਿਸ ਦੀ ਨਕਲ ਪਰਿਵਾਰ ਕੋਲ ਅੱਜ ਵੀ ਮੌਜੂਦ ਹੈ। ਤੇ ਉਸ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਜੀ ਤੋਂ ਬਾਅਦ ਅੱਗੇ ਚੱਲ ਕੇ ਫਿਰ ਉਹਨਾਂ ਦੇ ਪੁੱਤਰ ਭਾਈ ਕੇਸਰ ਸਿੰਘ ਛਿੱਬਰ ਹੁੰਦੇ ਨੇ। ਕੇਸਰ ਸਿੰਘ ਛਿੱਬਰ ਜਿਸ ਵਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਏ ਨੇ, ਕੇਸਰ ਸਿੰਘ ਛਿੱਬਰ ਦੀ ਉਮਰ ਲਗਭਗ 7 ਸਾਲ ਦੀ ਸੀ। ਇਹਨਾਂ ਨੇ ਇੱਕ ਬਹੁਤ ਇਤਿਹਾਸਿਕ ਪੁਸਤਕ ਲਿਖੀ ਹੈ 10 ਪਾਤਸ਼ਾਹੀਆਂ ਦਾ ਬੰਸਾਵਲੀਨਾਮਾ, ਜਿਸ ਦੇ ਵਿੱਚ ਸਿੱਖਾਂ ਦਾ ਇੱਕ ਸ਼ਾਨਦਾਰ ਇਤਿਹਾਸ ਜਿਹੜਾ ਹੈ ਉਹ ਮੌਜੂਦ ਹੈ। ਇਹਦੇ ਵਿੱਚ ਇਸ ਪਰਿਵਾਰ ਦਾ ਵੀ ਕਾਫੀ ਜ਼ਿਕਰ ਆਉਂਦਾ ਹੈ। ਇਸ ਤੋਂ ਬਾਅਦ ਸੰਗਤ ਜੀ ਫਿਰ ਅੱਗੇ ਇਹਨਾਂ ਦੇ ਪੁੱਤਰ ਹੁੰਦੇ ਨੇ ਸੇਵਾ ਸਿੰਘ ਹੁਕਮਨਾਮੀਏ। ਇਹ ਸਮਾਂ ਆ ਜਾਂਦਾ ਹੈ 1800 ਦੇ ਆਸ-ਪਾਸ, ਮਹਾਰਾਜਾ ਰਣਜੀਤ ਸਿੰਘ ਦਾ ਰਾਜ। ਇਸ ਸਮੇਂ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸੇਵਾ ਸਿੰਘ ਹੁਕਮਨਾਮੀਏ ਨੂੰ 2 ਹੁਕਮਨਾਮੇ ਲੱਗੇ ਸੀ, ਜਿਹਦੀਆਂ ਅਸਲਾਂ ਪਰਿਵਾਰ ਕੋਲ ਅੱਜ ਵੀ ਮੌਜੂਦ ਨੇ। ਬਹੁਤ ਅੱਛਾ। ਇਹਨਾਂ ਹੁਕਮਨਾਮਿਆਂ ਦੇ ਵਿੱਚ ਸਨ 1807 ਦੇ ਵਿੱਚ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਤ ਦੇ ਵਿੱਚ ਜਾਗੀਰਾਂ ਲੱਗੀਆਂ ਸਨ। ਉਹ ਹੁਕਮਨਾਮੇ ਨੇ ਜੀ, ਜਿਹੜੀਆਂ ਅਸਲਾਂ ਸਾਡੇ ਕੋਲ ਅੱਜ ਵੀ ਮੌਜੂਦ ਨੇ। ਇਹਦੇ ਵਿੱਚ ਲਿਖਿਆ ਸੰਗਤ ਜੀ ਦਰਸ਼ਨ ਕਰੋ ਜੀ, ਉਹ ਹੁਕਮਨਾਮਾ ਆਪ ਜੀ ਇਤਿਹਾਸ ਦੇ ਨਾਲ ਦਸਤਾਵੇਜ਼ ਵੀ ਪੂਰੇ ਆਪ ਜੀ ਨੂੰ ਦਿਖਾਏ ਜਾ ਰਹੇ ਆ। ਇਹਨਾਂ ਹੁਕਮਨਾਮਿਆਂ 'ਚ ਲਿਖਿਆ ਜੀ ਹੋਰ ਭਾਈ ਸੇਵਾ ਸਿੰਘ ਹੁਕਮਨਾਮੀਏ ਦੇ ਖੂਹ ਕੁਜਰਾਂ ਵਾਲੇ ਦੇ ਤਲਕੇ ਵਿੱਚ ਹੈਨ ਸੋ ਪਰਵਾਨਾ ਤੁਸਾਂ ਵਾਹ ਗੁਜ਼ਾਰ ਨਾ ਕਰ ਦੇਵਣਾ, ਇਹ ਤੁਹਾਡਾ ਪੁੰਨ ਹੈ ਅਤੇ ਸਰਬਤ ਖਾਲਸੇ ਜੀ ਕੀ ਤੁਹਾਡੇ ਉੱਪਰ ਖੁਸ਼ੀ ਹੈ। ਲਾਇਕ ਜਾਣ ਕੇ ਸਤਿਗੁਰ ਤੁਸਾਂ ਨੂੰ ਰਾਜ ਭਾਗ ਬਖਸ਼ਿਆ ਹੈ। ਤੇ ਸੰਗਤ ਜੀ ਇਸ ਤੋਂ ਇਲਾਵਾ ਇੱਕ ਦੁਰਲਭ ਹੁਕਮਨਾਮਾ ਹੈ ਬਾਬੇ ਦੀ ਬੇਰ ਦਾ, ਜੋ ਪਰਿਵਾਰ ਕੋਲ ਅਸਲ ਅੱਜ ਵੀ ਮੌਜੂਦ ਹੈ। ਤੇ ਇਸ ਤੋਂ ਬਾਅਦ ਸੰਗਤ ਜੀ ਫਿਰ ਸੇਵਾ ਸਿੰਘ ਹੁਕਮਨਾਮੀਏ ਤੋਂ ਬਾਅਦ ਉਹਨਾਂ ਦੇ ਪੁੱਤਰ ਭਾਈ ਮਹਿਤਾਬ ਸਿੰਘ ਹੋਏ ਨੇ, ਇਹ ਵੀ ਲਿਖਾਰੀ ਨੇ। ਅੱਗੇ ਫਿਰ ਇਹਨਾਂ ਦੇ ਪੁੱਤਰ ਭਾਈ ਲਾਲ ਸਿੰਘ ਹੋਏ ਨੇ। ਫਿਰ ਲਾਲ ਸਿੰਘ ਤੋਂ ਬਾਅਦ ਇਹਨਾਂ ਦੇ ਪੁੱਤਰ ਭਾਈ ਸੰਤ ਸਿੰਘ, ਫਿਰ ਸਾਡੇ ਦਾਦਾ ਜੀ ਅਮਰ ਸਿੰਘ, ਪਿਤਾ ਜੀ ਅਜੀਤ ਸਿੰਘ ਤੇ ਦਾਸ ਚਰਨਜੀਤ ਸਿੰਘ। ਇੱਦਾਂ ਇਸ ਪਰਿਵਾਰ ਦੀ ਪੀੜ੍ਹੀ ਚੱਲਦੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਭਾਈ ਸਾਹਿਬ ਚਰਨਜੀਤ ਸਿੰਘ ਜੀ, ਜੋ ਭਾਈ ਮਤੀ ਦਾਸ ਜੀ ਦੀ ਪੀੜ੍ਹੀ ਤੋਂ ਅੱਜ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਇਸ ਪਾਵਨ ਮੌਕੇ ਤੇ ਇੱਥੇ ਹਾਜ਼ਰੀਆਂ ਭਰ ਰਹੇ ਨੇ। ਔਰ ਸਾਡੇ ਵੀ ਬਹੁਤ ਧੰਨ ਭਾਗ ਨੇ ਕਿ ਅੱਜ ਸਾਨੂੰ ਵੀ ਇਹਨਾਂ ਦੇ ਦਰਸ਼ਨ ਕਰਨ ਨੂੰ ਮਿਲੇ ਆ। ਸੋ ਇਹਨਾਂ ਨੇ ਜਿੱਥੇ ਸੰਗਤਾਂ ਨੂੰ ਪੁਰਾਤਨ ਇਤਿਹਾਸ ਦੇ ਬਾਰੇ ਜਾਣਕਾਰੀ ਦਿੱਤੀ ਹੈ, ਉੱਥੇ ਹੀ ਇਤਿਹਾਸ ਤੋਂ ਸੰਬੰਧਿਤ ਜੋ ਇਹਨਾਂ ਦੇ ਕੋਲ ਦਸਤਾਵੇਜ਼ ਸੀਗੇ, ਉਹ ਸਾਰੇ ਦਸਤਾਵੇਜ਼ ਵੀ ਇਹਨਾਂ ਨੇ ਪੇਸ਼ ਕੀਤੇ ਨੇ। ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਭਾਈ ਸਾਹਿਬ ਜੀ ਦੇ ਅਸੀਂ ਦਰਸ਼ਨ ਕਰ ਰਹੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਭਾਈ ਮਤੀ ਦਾਸ ਜੀ।